कि क्या तुहाडी आत्मा तुहानू इस टाइम कसोट नहीं रही, तो उन्होंने कोल कोई जवाब नहीं। मेरे बहुत सारे प्रश्न सी, बट ਆਪਾਂ सरकार नू स्ट्रोंगली रिकमेंड करन लगे हैं कि सीनियर सिटीजन एक्ट के तहत जो कि इस टाइम ते प्रावधान है 3 महीने की सज़ा ते 5000 रुपए जुर्माना। बोथ सीनियर सिटीजन एक्ट का प्रावधान इहो ही है कि डॉटर्स दे और बेटे दे नाल नाल ग्रैंड चिल्ड्रन भी ऑल आर रिस्पोंसिबल। क्या उन्होंने कोई वाली वारस नहीं है? क्योंकि कमीशन ने महसूस किया है कि जड़े ओल्ड पेरेंट्स ने उन्होंने पता ही नहीं कि साढ़े कोई राइट्स ने, या वो अपना इमोशनल टच छड़ना ही नहीं चाहते। बट किसी केयर टेकर ने, मेरे भरा ने, मेरी भैन ने, किसी समाजिक बंदे ने मैनू अगर क्या होंदा तो मैं ये जरूर करदा। इस घटना को कौन ठीक कहता है? मैं ठीक कहता हूँ कि बहुत अच्छा हुआ मेरी माँ के साथ या मेरे साथ। ਭਾਜੀ ਇਹ ਸਵਾਲ ਤਾਂ ਹੁਣ ਪੁੱਛੇ ਜਾਣਗੇ ਤੁਹਾਡੇ ਤੋਂ। ਅੱਜ ਤੁਸੀਂ ਕਮਿਸ਼ਨ ਸਾਹਮਣੇ ਪੇਸ਼ ਹੋਏ ਆ, ਕੀ ਗੱਲਬਾਤ ਹੋਈ ਹੈ? ਤੁਸੀਂ ਕੀ ਆਪਣਾ ਪੱਖ ਰੱਖਿਆ ਉੱਥੇ? ਇਹ ਤਾਂ ਦੱਸੋ ਕਿ ਕੀ ਪੱਖ ਰੱਖਿਆ ਜੀ ਤੁਸੀਂ ਆਪਣਾ? ਕੋਈ ਪੱਖ ਨਹੀਂ ਰੱਖਿਆ ਜੀ। ਹਾਂਜੀ, ਕੀ ਪੱਖ ਰੱਖਿਆ ਤੁਸੀਂ? ਕੀ ਕਿਹਾ ਕਮਿਸ਼ਨ ਨੂੰ? ਇਹ ਦੱਸ ਦਿਓ, ਬਾਕੀ ਨਾ ਦੱਸੋ, ਇਹੀ ਦੱਸ ਦਿਓ। ਤੁਸੀਂ ਕੁਝ ਕਹਿਣਾ ਚਾਹੋਗੇ ਜੀ ਕਿ ਤੁਹਾਡੀ ਮਾਂ ਸੀਗੀ, ਇਹ ਕਿਉਂ ਇਸ ਤਰੀਕੇ ਦੀ ਹਾਲਤ 'ਚ ਉਹ ਪਹੁੰਚੇ ਹੈ ਜੀ? ਮੇਰੇ ਨਾਲ ਦਿਲ ਧੜਕਣ ਲੱਗ ਪਈ, ਮੈਂ ਤਾਂ ਭੁੱਲਣ ਚਾਹਤਾ। ਅੱਛਾ, ਤੇ ਕਿਉਂ ਇਸ ਤਰ੍ਹਾਂ ਦੀ ਹਾਲਤ ਹੋਈ ਉਹਨਾਂ ਦੀ ਕਿ ਉਹਨਾਂ ਨੂੰ ਇਸ ਤਰ੍ਹਾਂ ਸੜਕਾਂ ਤੇ ਆਉਣਾ ਪਿਆ? ਤੁਹਾਡਾ ਭਰਾ ਕਹਿ ਰਿਹਾ ਕਿ ਮੈਨੂੰ 30 ਸਾਲ ਹੋ ਗਏ ਉਹਨਾਂ ਤੋਂ ਮਿਲੇ ਹੋਏ, ਕਿ ਇਸ ਤਰ੍ਹਾਂ ਇਹਦੇ 'ਚ ਕੋਈ ਸੱਚਾਈ ਹੈਗੀ ਹੈ ਕਿ 30 ਸਾਲ ਤੋਂ ਨਹੀਂ ਮਿਲੇ ਸੀ ਉਹ? ਨਹੀਂ ਮਿਲੇ ਸੀ 30 ਸਾਲ ਤੋਂ? ਤੇ ਕੋਈ ਗੱਲ ਨਹੀਂ ਤੁਸੀਂ ਕਰਨੀ ਜੀ ਮੀਡੀਆ ਨਾਲ। ਤੁਸੀਂ ਆਪਣਾ ਪੱਖ ਤੇ ਰੱਖ ਦਿਓ ਵੀ ਕੀ ਉੱਥੇ ਬੋਲਿਆ ਤੁਸੀਂ ਕਮਿਸ਼ਨ ਅੱਗੇ, ਕੀ ਕਮਿਸ਼ਨ ਨੇ ਤੁਹਾਨੂੰ ਕਿਹਾ, ਹੋਰ ਕੀ ਕਹਿੰਦੇ ਕਾਰਵਾਈ ਹੋਣਗੀ? ਕਮਿਸ਼ਨ ਨੂੰ ਮੈਂ ਕਿਹਾ ਜੀ ਮੇਰੀ ਵਾਈਫ ਦੀਆਂ ਕਿਡਨੀ ਡੈਮੇਜ ਨੇ, ਹਾਂਜੀ ਬਾਗਰ ਕੇਅਰ ਟੇਕਰ ਕੋਲ ਛੱਡਣਾ ਪੈ ਗਿਆ ਬਸ। ਅੱਛਾ ਜੀ। ਤੇ ਇਸ ਤਰੀਕੇ ਦੀ ਬੁਰੀ ਹਾਲਤ ਹੋਏਗੀ ਕਿ ਮਾਂ ਦੇ ਸਰੀਰ 'ਚ ਕੀੜੇ ਪੈ ਜਾਣ? ਇਹ ਬੋਲਤਾ ਨਾ ਪਲੀਜ਼। ਹਾਂਜੀ, ਇਹਨਾਂ ਨੂੰ ਨੁਕਸਾਨ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਊਗਾ? ਨਹੀਂ ਸਰਕਾਰ, ਮੈਂ ਕਹਿੰਦਾ ਮੈਨੂੰ ਦੁੱਖ ਹੈ, ਕਿਉਂ ਨਹੀਂ ਦੁੱਖ? ਕਿਸੇ ਦੀ ਮਾਂ, ਮੇਰੀ ਮਾਂ ਦਾ ਤੁਹਾਨੂੰ ਦੁੱਖ ਹੈ, ਮੈਨੂੰ ਨਹੀਂ ਹੋਊਗਾ। ਪਰ ਇਹ ਗੱਲ ਹੈਗੀ ਹੈ ਕਿ ਮੈਂ 30 ਸਾਲ ਤੋਂ ਜਦੋਂ ਆਪਦੇ ਪਰਿਵਾਰ ਨਾਲ ਨਹੀਂ ਰਿਹਾ, ਮੈਨੂੰ ਉਹਨਾਂ ਨੇ ਕੱਢਤਾ। ਮੇਰੀ ਸਾਰੀ ਜਿਹੜੀ ਲਾਈਫ ਹੈ ਉਹ ਆਪਦੀ ਸੈਲਫ ਮੇਡ ਹੈਗੀ ਆ। ਮੈਂ ਜੋ ਵੀ ਕੀਤਾ, ਮੈਂ ਕਿਰਾਏ ਦੇ ਮਕਾਨ 'ਚ ਰਿਹਾ, ਸਰਕਾਰੀ ਕੁਆਟਰ 'ਚ ਤੁਹਾਡੇ ਆਪਦੇ ਥਾਵੇਂ ਨੇ, ਪਰ ਤੁਸੀਂ ਇੰਨੀ ਚੀਜ਼ ਤਾਂ ਦੇਖੋ, ਉਹਦੀ ਹਾਲਤ ਕਿਹੜੀ ਹੈ। ਐਨਜੀਓ ਚੱਕ ਕੇ ਆ ਰਹੀ ਹੈ, ਉਹਦੇ ਪਹਿਲਾਂ ਮੁੰਡਾ ਨਹੀਂ ਆ ਸਕਦਾ। ਮੈਂ ਇਸ ਗੱਲ ਤੋਂ ਮੁਨਕਰ ਨਹੀਂ ਆ, ਪਰ ਮੈਂ ਇਹ ਗੱਲ ਕਹਿਣਾ ਵੀ ਅਗਰ ਮੈਨੂੰ ਸੂਚਨਾ ਮਿਲੀ ਹੁੰਦੀ, ਮੈਨੂੰ ਕਿਸੇ ਨੇ ਵੀ, ਕਿਸੇ ਕੇਅਰ ਟੇਕਰ ਨੇ, ਮੇਰੇ ਭਰਾ ਨੇ, ਮੇਰੀ ਭੈਣ ਨੇ, ਕਿਸੇ ਸਮਾਜਿਕ ਬੰਦੇ ਨੇ ਮੈਨੂੰ ਅਗਰ ਕਿਹਾ ਹੁੰਦਾ ਤੇ ਮੈਂ ਇਹ ਜ਼ਰੂਰ ਕਰਦਾ। ਨਹੀਂ ਦੱਸਿਆ ਮੈਂ ਆਪਦੀ ਆਪ ਜ਼ਿੰਮੇਵਾਰੀ ਤਾਂ ਸੀ, ਮੈਨੂੰ ਸੂਚਨਾ ਮਿਲਦੀ ਨਹੀਂ, ਮੇਰੀ ਕੋਈ ਗੱਲ ਨਹੀਂ ਬਣਦੀ ਸੀ, ਮੇਰੀ ਜ਼ਿੰਮੇਵਾਰੀ ਤਾਂ ਬਣਦੀ ਸੀ। ਅਗਰ ਮੈਨੂੰ ਪਤਾ ਹੁੰਦਾ, ਬਾਕੀ ਮੈਂ ਨਿਊਜ਼ 18 ਤੇ ਆਪਦੀ ਜਿਹੜੀ ਸਾਰੀ ਗੱਲ ਸਪਸ਼ਟ ਕਰ ਚੁੱਕਾ। ਫੈਸਲਾ ਜਿਹੜਾ ਮਹਿਲਾ ਕਮਿਸ਼ਨ ਨੇ ਕਰਨਾ ਤੇ ਸॉल्व। माता थी, मैं इतना दोषी हूँ कि मैं उसका बेटा था। मैं ये दोष तस्लीम करता हूँ कि वो मेरी माँ थी, मैं उसका बेटा था, इतना मैं दोषी हूँ। तो क्या कारण रहे कि माता से भी आप मिल नहीं पाए? कुछ मूवमेंट थी, कुछ हालात थे ऐसे। 30 साल से मैं लग रहा हूँ। आप किसी से पता करें, मेरे भाई है, मेरे बहन आ रहे हैं नीचे, उनसे अगर मेरा कोई ताल्लुक है तो आपने माँ के बारे में क्यों नहीं पता किया? आपको ये पता? के बारे में क्यों पता नहीं किया? ਤੁਹਾਡੇ ਵੱਲੋਂ ਕੀ ਪੱਖ ਰੱਖਿਆ ਗਿਆ? मैं तो आपका पक्ष रखा। मैं आपके भैन भरावां बारे नहीं जानता कि मेरा ताल्लुक नहीं सीगा। मैं जे मैनूं पता लगदा मैं जरूर जानता। अच्छा, ये जो इस तरह की घटनाएं हो रही हैं और लोगों को क्या कहना चाहेंगे, क्योंकि बहुत सारे केसेस गलत है, कौन कहेगा ठीक है? इस घटना को कौन ठीक कहता है? मैं ठीक कहता हूँ कि बहुत अच्छा हुआ मेरी माँ के साथ या मेरे साथ। ਪਰ ਇਸ ਤਰ੍ਹਾਂ ਦੇ ਹਾਲਾਤ ਕਿਉਂ ਬਣੇ ਜੀ ਕਿ ਉਹਨਾਂ ਨੂੰ ਸੜਕ ਤੇ ਆਣਾ ਪਿਆ? ਸੜਕ ਤੇ ਹੋਣਾ ਪਿਆ ਜੀ। ਜਿਹੜਾ ਮੇਰਾ ਭਰਾ, ਹੁਣ ਮੈਨੂੰ ਪਤਾ ਲੱਗਿਆ ਘਟਨਾ ਤੋਂ ਬਾਅਦ ਕਿ ਮੇਰੀ ਜਿਹੜੀ ਭਰਜਾਈ ਹੈ ਜਾਂ ਉਹਦੀ ਵਾਈਫ ਹੈ, ਉਹਦੇ ਦੋਨੇ ਜਿਹੜੀ ਕਿਡਨੀ ਆ ਉਹ ਡੈਮੇਜ ਆ, ਉਹ ਡਾਇਲਿਸਿਸ ਤੇ ਹੈ। ਘਰੇ ਇਸ ਤਰ੍ਹਾਂ ਦਾ ਮਾਹੌਲ ਸੀ, ਉਹ ਨਹੀਂ ਸੀ ਇੰਤਜ਼ਾਮ ਕਰਦਾ, ਉਹਨੇ ਕੋਈ ਕੇਅਰ ਟੇਕਰ ਰੱਖ ਲਿਆ। ਕੇਅਰ ਟੇਕਰ ਨਹੀਂ, ਪਰ ਮੈਨੂੰ ਸੂਚਿਤ ਨਹੀਂ ਕੀਤਾ ਗਿਆ। ਮੈਂ ਇਹ ਸਾਰੇ ਤੁਹਾਡੇ ਪੱਤਰਕਾਰਾਂ ਸਾਹਮਣੇ, ਮੈਂ ਕਮਿਸ਼ਨ ਨੂੰ ਵੀ ਕਿਹਾ, ਮੈਂ ਪੁਲਿਸ ਨੂੰ ਵੀ ਕਿਹਾ, ਮੈਂ ਸਾਰਾ ਇਹ ਕਿਹਾ, ਪਰ ਮੈਂ ਇੰਨਾ ਦੋਸ਼ੀ ਹੈਗਾ ਕਿ ਉਹ ਮੇਰੀ ਮਾਂ ਸੀ ਤੇ ਮੈਂ ਉਹਦਾ ਬੇਟਾ ਸੀ। ਮੈਨੂੰ ਕਰਨਾ ਚਾਹੀਦਾ। ਮੈਂ ਕੋਈ ਦੋਸ਼ ਮੁਕਤ ਨਹੀਂ ਕਹਿ ਰਿਹਾ ਕਿ ਮੈਂ ਦੋਸ਼ ਮੁਕਤ ਆਪਦੇ ਆਪ ਨੂੰ ਕਹਿ ਰਿਹਾ ਹੈਗਾ। ਅਸੀਂ ਸਰ ਸਮਝਦੇ ਹਾਂ ਤੁਹਾਡੇ ਨਾਲ ਹਮਦਰਦੀ ਵੀ ਹੈਗੀ, ਪਰ ਨਹੀਂ ਹਮਦਰਦੀ ਹੁੰਦੀ। ਤੁਸੀਂ ਮੈਨੂੰ ਸਹੀ ਗੱਲ ਕਰ ਰਹੇ ਹੋ, ਚੰਡੀਗੜ੍ਹ ਦੇ ਬੰਦੇ ਹੋ, ਅਸੀਂ ਮੇਰੇ ਸ਼ਹਿਰ ਦੇ ਬੰਦਿਆਂ ਨੇ। ਮੈਂ ਕਹਿੰਦਾ ਮੇਰੀ ਮਾਂ ਦੀ ਮੌਤ ਹੋ ਗਈ,
ਕਿਸੇ ਵੀ ਹਾਲਤ 'ਚ ਹੋਗੀ, ਤੁਹਾਨੂੰ ਸਾਰਿਆਂ ਨੂੰ ਪਤਾ, ਮੈਂ ਵਿਆਖਿਆ 'ਚ ਨਹੀਂ ਜਾਣਾ। ਪਰ ਉਹ ਮੌਤ ਤੋਂ ਬਾਅਦ ਜੋ ਉਹਦੀ ਮੇਰੀ ਮਾਂ ਦੀ ਮੌਤ ਤੇ ਸਿਆਸਤ ਹੋਈ ਹੈ, ਕੀ ਤੁਹਾਨੂੰ ਸਾਰਿਆਂ ਨੂੰ ਉਹਦੇ ਬਾਰੇ ਪਤਾ? ਨਹੀਂ, ਜਿਸ ਤਰ੍ਹਾਂ ਦੇ ਨਹੀਂ, ਤੁਹਾਡੇ ਬੜੀ ਸੀਰੀਅਸ ਅਸੀਂ ਕਲੀਅਰ ਗੱਲ ਕਰਨਾ ਚਾਹ ਰਹੇ ਹਾਂ। ਮੈਂ ਕਹਿੰਦਾ ਕਿ ਇਹ ਦੁਖਦਾਈ ਘਟਨਾ ਹੈ, ਤੁਸੀਂ ਆਪ ਕਹਿ ਰਹੇ ਹੋ ਜੀ, ਇਹ ਤੁਹਾਨੂੰ ਵੀ ਦੁੱਖ ਹੈ। ਗਲਤ ਤਾਂ ਸਾਰੇ ਰਸਤੇ ਨੇ, ਤੁਹਾਨੂੰ ਨਹੀਂ ਪਤਾ ਤੁਹਾਡੀ ਮੌਤ ਕਿਸ ਰਾਹੀਂ ਹੋ ਜਾਣੀ ਹੈ, ਪਰ ਜਨਮ ਲੈਣ ਦਾ ਇੱਕੋ ਰਸਤਾ ਮਾਂ ਸਭ ਦੀ ਹੈ। ਤੇ ਜਦੋਂ ਇਹ ਮੀਡੀਆ ਵਾਲੇ ਦਿਖਾ ਰਹੇ ਸੀ ਟੀਵੀ ਤੇ ਸੋਨੀਪਤ ਦਾ, ਤੇ ਮੈਂ ਆਈ ਐਮ ਅ ਵੈਰੀ ਇਮੋਸ਼ਨਲ ਪਰਸਨ, ਮੈਂ ਰੋਣ ਲੱਗ ਗਈ। ਮੇਰੇ ਬੇਟੇ ਨੇ ਉੱਠ ਕੇ ਟੀਵੀ ਬੰਦ ਕਰਤਾ ਕਿ ਮਾਂ ਰੋ ਨਾ, ਆਪਾਂ ਕੁਝ ਕਰੀਏ, ਸਰਕਾਰ ਨੂੰ ਰਿਕਮੈਂਡ ਕਰੋ। ਤੇ ਇੱਕ ਬੜੀ ਘਿਨੌਨੀ ਤਸਵੀਰ ਹੈ ਜਿਹੜੀ ਸਮਾਜ ਦੀ ਹੁਣ ਸਾਹਮਣੇ ਆ ਰਹੀ ਹੈ। ਬਟ ਪਤਾ ਕੀ ਗੱਲ ਹੈ, ਸਾਡੇ ਬਜ਼ੁਰਗ ਬੜੇ ਇਮੋਸ਼ਨਲ ਨੇ, ਜਿਨ੍ਹਾਂ ਨੂੰ ਐਕਟ ਹੀ ਨਹੀਂ ਪਤਾ। ਐਕਟ ਬਣੇ ਹੋਏ ਬਹੁਤ ਸਾਲ ਹੋ ਗਏ ਨੇ। ਸਾਡੇ ਜਿਹੜੇ ਇੰਡੀਅਨ ਪੇਰੈਂਟਸ ਨੇ, ਮੇਰੇ ਕੋਲ ਰਹੀਸ ਫੈਮਲੀਆਂ ਦੇ ਕੇਸ ਹੈਗੇ ਨੇ। ਮੈਸੇਜ ਦੇਣਾ ਚਾਹਨੀ ਆ ਕਿ ਪਲੀਜ਼, ਅੰਮ੍ਰਿਤਸਰ ਦਾ ਮੇਰਾ ਹੋਮ ਟਾਊਨ ਹੈ, ਇੱਕ ਬੜੀ ਰਹੀਸ ਫੈਮਲੀ ਹੈ। ਡਾਟਰ ਇਨ ਲੋ ਪੈਨ ਖਿੱਚ ਕੇ ਲੈ ਜਾਂਦੀ ਹੈ, ਕਦੀ ਗਿਲਾਸ ਤੋੜ ਦਿੰਦੀ ਹੈ ਸ਼ੈਲਫ ਤੋਂ। ਮਾਂ, ਉਹ ਮੈਨੂੰ ਬਜ਼ੁਰਗ ਆ ਕੇ ਮਿਲੀ, ਪਰ ਉਹ ਆਪਣਾ ਇਮੋਸ਼ਨਲ ਟੱਚ ਹੀ ਨਹੀਂ ਛੱਡਣਾ ਚਾਹੁੰਦੀ ਮਾਤਾ ਜੀ। ਬਟ ਮੈਂ ਹੁਣ ਉਹ ਕੇਸ ਨਹੀਂ ਛੋੜਾਂਗੀ, ਕਿਉਂਕਿ ਮੈਨੂੰ ਦਰਦ ਮਹਿਸੂਸ ਹੋ ਰਿਹਾ। ਉਹਨਾਂ ਦੀ ਡਾਟਰ ਨੂੰ ਵੀ ਬੁਲਾਇਆ, ਡਾਟਰ ਕਹਿੰਦੀ ਹੈ ਕਾਰਵਾਈ ਕਰੋ। ਹੋਰ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਮਾਤਾ ਜੀ ਦੇ ਨਾਮ ਹੈ। ਮੈਮ ਅੱਜ ਇਹ ਕੇਸ ਸੀਗਾ ਮੁਕਤਸਰ ਵਾਲਾ। ਦੇਖੋ, ਅੱਜ ਜਿਹੜੇ ਇਹਨਾਂ ਬੱਚਿਆਂ ਨੂੰ ਬੁਲਾਇਆ ਗਿਆ ਸੀ, ਇਹ ਟੀਵੀ ਤੋਂ ਦੇਖ ਕੇ ਜਿਹੜੇ ਸਾਡੇ ਆਫੀਸ਼ੀਅਲ ਸੰਬੰਧ ਸੀ, ਉਹ ਅੱਜ ਕਿਉਂਕਿ ਡੀਸੀ ਸਾਹਿਬ ਕੁਆਰੰਟਾਈਨ ਨੇ, ਅੱਜ ਐਸਡੀਐਮ ਨੇ ਸਾਨੂੰ ਮਾਰਨਿੰਗ 'ਚ ਫੋਨ ਕਰਕੇ ਇਨਫੋਰਮ ਕੀਤਾ ਕਿ ਕੱਲ ਦਾ ਪਲੀਜ਼ ਰੱਖ ਲਈਏ। ਉਹ ਖੁਦ ਆ ਨਹੀਂ ਸਕਦੀ, ਉਹ ਪ੍ਰੈਗਨੈਂਟ ਹੈ, ਉਹਦੇ ਕੁਝ ਹੈਲਥ ਇਸ਼ੂਜ਼ ਨੇ, ਬਟ ਉਹ ਆਪਣਾ ਕੋਈ ਨਾ ਕੋਈ ਨੁਮਾਇੰਦਾ ਉੱਥੋਂ ਪੱਕਾ ਭੇਜੇਗੀ, ਜਿਹੜੇ ਲੋਕ ਇਨਕੁਆਇਰੀ ਕਰ ਰਹੇ ਨੇ। ਬਟ ਟੀਵੀ ਤੋਂ ਉਹਨਾਂ ਨੇ ਦੇਖ ਲਿਆ ਕਿ ਸੰਬੰਧ ਪਾਏ ਗਏ ਨੇ, ਤੇ ਉਹਨਾਂ ਦੀ 2 ਡਾਟਰ ਔਰ ਦੋਨੋਂ ਬੇਟੇ ਅੱਜ ਇੱਥੇ ਸਾਡੇ ਕੋਲ ਪੂਰੇ 12 ਵਜੇ ਪੇਸ਼ ਹੋ ਗਏ ਸੀ। ਤੇ ਮੇਰਾ ਪਹਿਲਾ ਸਵਾਲ ਇਹੋ ਹੀ ਸੀ ਕਿ ਕਿਆ ਤੁਹਾਡੀ ਆਤਮਾ ਤੁਹਾਨੂੰ ਇਸ ਟਾਈਮ ਕਸੋਟ ਨਹੀਂ ਰਹੀ? ਤੇ ਉਹਨਾਂ ਕੋਲ ਕੋਈ ਜਵਾਬ ਨਹੀਂ। ਮੇਰੇ ਬਹੁਤ ਸਾਰੇ ਪ੍ਰਸ਼ਨ ਸੀ ਕਿ ਤੁਸੀਂ ਇਸ ਜਵਾਬ ਦਿਓ ਕਿ ਜੋ ਮੈਂ ਤੁਹਾਨੂੰ ਸਭ ਨੂੰ ਦੱਸਿਆ ਕਿ ਮਰਨ ਦੇ ਬਹੁਤ ਸਾਰੇ ਰਸਤੇ ਨੇ, ਜਨਮ ਲੈਣ ਦਾ ਰਸਤਾ ਸਿਰਫ ਇੱਕ ਮਾਂ ਹੀ ਹੈ। ਤੇ ਜੋ ਉਹਨਾਂ ਨੇ ਮੈਨੂੰ ਬਿਉਰਾ ਦਿੱਤਾ ਹੈ ਕਿ ਇੱਕ ਸਰਕਾਰ ਵੱਲੋਂ 1978 ਵਿੱਚ ਇੱਕ ਪ੍ਰਾਪਰਟੀ, ਇੱਕ ਪਲਾਟ ਸਰਕਾਰ ਵੱਲੋਂ ਅਲਾਟ ਕੀਤਾ ਗਿਆ ਸੀ। ਉਹਨਾਂ ਦੇ ਫਾਦਰ ਦੀ 2010 ਵਿੱਚ ਡੈਥ ਹੋ ਗਈ ਤੇ ਮਾਤਾ ਉੱਥੇ ਰਹਿ ਰਹੀ ਸੀ। ਤੇ ਮਾਤਾ ਕਦੀ ਕਦੀ ਉੱਥੇ ਇਕੱਲੀ ਵੀ ਰਹਿਣ ਚਲੀ ਜਾਂਦੀ ਸੀ। ਛੋਟੇ ਬੇਟੇ ਨੇ ਕਿਹਾ ਸੀ ਮੈਨੂੰ ਕਿਡਨੀ ਦੀ ਪ੍ਰੋਬਲਮ ਹੈ, ਤੇ ਮੈਂ ਉਹਨੂੰ ਇਹੋ ਪੁੱਛਿਆ ਕਿ ਜੇ ਕਿਡਨੀ ਦੀ ਪ੍ਰੋਬਲਮ ਹੈ ਤਾਂ ਤੇਰਾ ਕਿਸ ਤਰ੍ਹਾਂ ਘਰ ਦਾ ਚੱਲ ਰਿਹਾ? ਕਹਿੰਦਾ ਕਦੀ ਬਾਜ਼ਾਰੋਂ ਲਿਆ ਕੇ ਖਾ ਲੈਣਾ। ਤੇ ਮੈਂ ਕਿਹਾ ਬਾਜ਼ਾਰੋਂ ਲਿਆ ਕੇ ਜੇ ਖਾ ਲੈਣਾ ਤੇ ਮਾਂ ਜੋਗੇ 2 ਫੁਲਕੇ ਨਹੀਂ ਲਿਆਂਦੇ ਜੇ ਸੀ? ਤੇ ਉਹ ਹਰ ਸਵਾਲ ਤੇ ਚੁੱਪ ਸੀ। ਡਾਟਰ ਨੂੰ ਵੀ ਪੁੱਛਿਆ ਗਿਆ ਕਿਉਂਕਿ ਸੀਨੀਅਰ ਸਿਟੀਜ਼ਨ ਐਕਟ ਇਹ ਕਹਿੰਦਾ ਹੈ ਕਿ ਡਾਟਰਸ ਦੇ ਨਾਲ ਨਾਲ ਬੇਟੇ ਤੇ ਹੈ ਹੀ ਰਿਸਪੌਂਸਿਬਲ, ਗ੍ਰੈਂਡ ਚਿਲਡਰਨ ਆਲਸੋ ਰਿਸਪੌਂਸਿਬਲ ਨੇ, ਚਾਹੇ ਉਹ ਬੇਟੀ ਦੇ ਹੋਣ ਚਾਹੇ ਬੇਟੇ ਦੇ ਹੋਣ। ਕਾਨੂੰਨ ਇਹ ਕਹਿੰਦਾ ਕਿ ਗ੍ਰੈਂਡ ਬੱਚੇ ਵੀ। ਤੇ ਮੈਂ ਉਹਨੂੰ ਜਿਹੜੇ ਸਰਦਾਰ ਜੀ ਸਨ ਉਹਨਾਂ ਨੂੰ ਮੈਂ ਪੁੱਛਿਆ ਕਿ ਗੁਰਦੁਆਰੇ ਜਾਂਦੇ ਹੋ? ਸਾਰੇ ਬੱਚਿਆਂ ਨੂੰ ਹੀ ਪੁੱਛਿਆ ਕਿਆ ਸਾਡਾ ਧਰਮ, ਸਾਡੀ ਸੰਸਕ੍ਰਿਤੀ, ਤੁਹਾਡਾ ਧਰਮ ਇਹ ਤੁਹਾਨੂੰ ਸਿਖਾਉਂਦਾ ਹੈ? ਉੱਥੇ ਮੱਥਾ ਟੇਕਣ ਜਾਂਦੇ ਹੋ, ਉੱਥੇ ਅਰਦਾਸ ਲਗਾਉਂਦੇ ਹੋ, ਕਿਆ ਉਮੀਦ ਕਰਦੇ ਹੋ ਕਿ ਉੱਥੋਂ ਦੁਆਵਾਂ ਲੈ ਕੇ ਆਉਂਦੇ ਹੋਗੇ ਆਪਣੀ ਮਦਰ ਦਾ? ਤੁਸੀਂ ਇਹ ਹਾਲ ਕਰਤਾ। ਪਰ ਉਹਨਾਂ ਕੋਲ ਕੁਝ ਵੀ ਜਵਾਬ ਨਹੀਂ ਸਨ। ਬਟ ਆਪਾਂ ਸਰਕਾਰ ਨੂੰ ਸਟਰੋਂਗਲੀ ਰਿਕਮੈਂਡ ਕਰਨ ਲੱਗਿਆ ਕਿ ਸੀਨੀਅਰ ਸਿਟੀਜ਼ਨ ਐਕਟ ਦੇ ਤਹਿਤ ਜੋ ਕਿ ਇਸ ਟਾਈਮ ਤੇ ਪ੍ਰਾਵਧਾਨ ਹੈ 3 ਮਹੀਨੇ ਦੀ ਸਜ਼ਾ ਤੇ 5000 ਰੁਪਏ ਜੁਰਮਾਨਾ ਬਹੁਤ, ਇਹਦੇ ਨਾਲ ਆਪਾਂ ਆਈਪੀਸੀ ਰਿਕਮੈਂਡ ਕਰਨੇ ਆ ਕਿ ਇਹਨਾਂ ਦੇ ਜੁਡੀਸ਼ੀਅਲ ਨੂੰ ਵੀ ਲਿਖਾਂਗੇ, ਸਰਕਾਰ ਨੂੰ ਵੀ ਸਿਫਾਰਿਸ਼ ਕਰਨੇ ਆ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ताकि समाज लिए एग्जाम्पल सेट हो सके। दूसरा 2019 ਦਾ ਇੱਕ ਬਿੱਲ ਪਾਸ ਹੋਣ ਵਾਸਤੇ ਪਾਰਲੀਮੈਂਟ ਵਿੱਚ ਪੈਂਡਿੰਗ ਪਿਆ ਹੋਇਆ ਹੈ। ਤੁਹਾਡੀ ਸਾਰੀ ਮੀਡੀਆ ਰਾਈ ਅੱਜ ਆਪਣੇ ਦੇਸ਼ ਦੇ ਆਨਰੇਬਲ ਪ੍ਰਾਈਮ ਮਿਨਿਸਟਰ ਤੇ ਆਪਣੇ ਮਾਨਨੀय ਮੁੱਖ ਮੰਤਰੀ ਨੂੰ ਵੀ ਇੱਕ ਰਿਕੁਐਸਟ ਕਰਨੀ ਆ ਕਿ ਸੀਨੀਅਰ ਸਿਟੀਜ਼ਨ ਦੇ ਐਕਟ ਜਿਹੜਾ ਇਹ ਬਿੱਲ ਪੈਂਡਿੰਗ ਪਿਆ ਹੋਇਆ ਜਲਦ ਤੋਂ ਜਲਦ ਇਹਨੂੰ ਪਾਸ ਕੀਤਾ ਜਾਏ, ਜਿੰਦੇ 'ਚ 6 ਮਹੀਨੇ ਦੀ ਸਜ਼ਾ ਤੇ 10,000 ਰੁਪਇਆ ਫਾਈਨ ਲਿਖਿਆ ਗਿਆ। ਬਟ ਕਿਹਦੇ ਖਿਲਾਫ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਪੋਤਰੇ ਵੀ ਹੈਗੇ ਜਿਹੜੇ ਉਹਨਾਂ ਦੇ ਪੋਤੀ ਹੈ, ਉਹਨਾਂ ਦੇ ਖਿਲਾਫ ਵੀ ਕਿਹਦੇ ਖਿਲਾਫ? ਕਾਨੂੰਨ ਦੇ ਸੀਨੀਅਰ ਸਿਟੀਜ਼ਨ ਐਕਟ ਦਾ ਪ੍ਰਾਵਧਾਨ ਇਹੋ ਹੀ ਹੈ ਕਿ ਡਾਟਰਸ ਦੇ ਔਰ ਬੇਟੇ ਦੇ ਨਾਲ ਨਾਲ ਗ੍ਰੈਂਡ ਚਿਲਡਰਨ ਵੀ ਆਲ ਆਰ ਰਿਸਪੌਂਸਿਬਲ। और आईपीसी ਦੇ ਤਹਿਤ ਵੀ ਅਗਰ ਕਿਸੇ ਦੀ ਇਗਨੋਰੈਂਸ ਦੇ ਕਰਕੇ ਪੇਰੈਂਟਸ ਹੋ ਜਾਂ ਕਿਸੇ ਦੀ ਬੁਰੀ ਮੌਤ ਹੋਈ ਹੈ, ਈਵਨ ਬਾਇਓਲੋਜੀਕਲ ਵੀ ਜਿਹੜੇ ਪੇਰੈਂਟਸ ਹੈਗੇ ਨੇ, ਬੱਚੇ ਜੇ ਇਗਨੋਰ ਕਰਦੇ ਨੇ ਉਹਨਾਂ ਨੂੰ ਜੋ ਕੋਈ ਹਾਰਮ ਪਹੁੰਚਿਆ ਤੇ ਸਰਕਾਰ ਨੂੰ ਆਪਾਂ ਸਿਫਾਰਿਸ਼ ਕਰਦੇ ਆ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਔਰ ਜੋ ਕਿ ਸਮਾਜ ਲਈ ਇੱਕ ਐਗਜ਼ਾਮਪਲ ਸੈੱਟ ਹੋ ਸਕੇ। दूसरा सारी मीडिया ਦਾ ਧੰਨਵਾਦ ਕਰਦੀ ਹਾਂ ਕਿ ਇੱਕ ਸਮਾਜ ਦਾ ਇੱਕ ਹੈ ਬੜਾ ਘਿਨੌਨਾ ਰੂਪ ਸਾਹਮਣੇ ਲੈ ਕੇ ਆਏ ਨੇ ਔਰ ਸਰਕਾਰ ਨੂੰ ਆਪਾਂ ਇੱਕ ਸਿਫਾਰਿਸ਼ ਕੀਤੀ ਹੈ ਕਿ
जिन्ने साडे पंजाब विच वृद्ध आश्रम चल रहे ने, सानू 15 दिन दे अंदर कुछ NGOs देख रही ने, कुछ सरकार खुद देख रही है, सानू उन्हां दा सारा डाटा मुहैया कराया जाए कि जड़े पेरेंट्स रह रहे ने वो किस वजह नाल रह रहे ने, क्या उन्हां दा कोई वाली वारस नहीं है। क्योंकि कमीशन ने महसूस किया है कि जड़े ओल्ड पेरेंट्स ने उन्हां नू पता ही नहीं कि साडे कोई राइट्स ने, या वो अपना इमोशनल टच छड़ना ही नहीं चाहते। बट कुछ NGOs बहुत अच्छा काम कर रही ने, सरकार भी जड़े वृद्ध आश्रम चला रही है। हुण कमीशन एक रिपोर्ट उन्हां तो उम्मीद करता है कि 15 दिन में सानू जल्द तो जल्द रिपोर्ट मिली जाएगी और आपां सारे जिन्ने वृद्ध आश्रम ने उन्हां सब दा इंस्पेक्शन करांगे। अच्छा, besides the Muxar case, ma'am, there is also a case, another case which has been reported from Amritsar. Our senior citizen has been compelled to live outside the home on the roads for the last 15 years. Will you also take the cognizance of this case? बिल्कुल, हमने ले लिया, ऑलरेडी ले लिया। सू मोटो जो अमृतसर का कल टीवी पे दिखाया जा रहा था केस, हमने ऑलरेडी, सैटरडे संडे था, ऑफिस वर्किंग नहीं थी, हमने ऑलरेडी आज एक्शन ले लिया उस पर, सू मोटो ले लिया। बट थैंक्स टू ऑल मीडिया कि तुसी यह समाज का एक घिनौना रूप लेके आए हो, और सरकार तो उम्मीद करते हैं कि सख्त तो सख्त आपां इहदे ते काम कार्रवाई करवावांगे, जो कि है होरा बच्चों लिए एक एग्जाम्पल सैट हो सके। एनी अदर क्वेश्चन? नहीं, ऐसा कुछ नहीं है, पॉलिटिकल केस नहीं सी, ए बाद विच पता लगा कि वो पॉलिटिक्स विच ने। ठीक। सर का जो मैटर था वो मीडिया द्वारा ही हमारी नॉलेज में लाया गया, क्योंकि कोविड की वजह से कमीशन की जो एक्टिविटीज़ है अकॉर्डिंग टू सरकार की गाइडलाइन हमारी लोक अदालतें लग नहीं रही हैं। हमारे पास जो कंप्लेंट्स आ रही हैं वो हम एडमिनिस्ट्रेशन को भेजते जा रहे हैं। तो मीडिया द्वारा हमें मुक्तसर का एक मैटर टेलीविज़न पे दिखाया गया कि एक बुजुर्ग औरत का बहुत ही बुरी हालत में उनको उठाया गया है, उनके सिर में कीड़े पड़े हुए थे। तो हमने उसी टाइम मीडिया द्वारा हम टीवी पे दिखाए जाने के बाद हमने सू मोटो एक्शन लेते हुए कार्रवाई शुरू कर दी। पर जब तक माताजी को हॉस्पिटल में ले जाके ट्रीटमेंट करवाया गया, उनकी बदनसीबी से उनकी डेथ हो गई। तो बहुत दुख हुआ हमें। फिर हमने इनको सारी फैमिली को पता लगा कि 2 बच्चे हैं, एक गवर्नमेंट ऑफिसर है बेटा, एक पॉलिटिक्स में है, 2 डॉटर्स हैं। तो हमने उन सबको आज अपने ऑफिस में सम्मन इश्यू करके बुलाया हुआ था। तो आज उनसे बात करने पे पता चला कि जो बेटा उनका पॉलिटिक्स में है उसकी अपनी एक्सप्लेनेशन थी कि मैं गलती मानता हूँ, बस वो एक ही बात कहता रहा कि मैं अपनी गलती मानता हूँ। बट 1978 में जो इनसे बात करने हमारी जो क्वेरीज थी, सरकार की तरफ से इनको एक प्लॉट अलॉट किया गया था जिसमें ये सारी फैमिलीज इकट्ठी रहती थी। और जो इनका छोटा बेटा है, मदर उसके साथ रहती थी, पर वो कहता कभी कभी मदर छोड़ के चली जाती थी, मुझे किडनी की प्रॉब्लम है। तो हमने उससे यही पूछा कि अगर किडनी की भी आपको कोई भी हेल्थ इशू है, आप कैसे अपने परिवार का लालन पालन कर रहे थे? अगर उनके लिए सब बन रहा था तो आपने अपने लिए भी, तो उनके लिए, माता जी के लिए क्यों नहीं हो सकता था? तो उन लोगों के पास किसी भी प्रश्न का जवाब नहीं था। वो लोग बहुत शर्मिंदा थे, माफ़ी मांग रहे थे, डॉटर से भी जवाब मांगा गया पर कोई उनके पास जवाब नहीं था। बट सीनियर सिटीज़न एक्ट है जो कि उसके अकॉर्डिंग 3 महीने की सज़ा और 5,000 रुपये फाइन, बोथ ये सीनियर सिटीज़न एक्ट कहता है, जो कि अमूलन सभी पेरेंट्स को, हमारे इंडियन पेरेंट्स बहुत इमोशनल है, वो इस एक्ट के बारे में जानते नहीं हैं या बच्चे बताना ही नहीं चाहते कि उनके भी कॉन्स्टिट्यूशनल राइट्स हैं। दूसरा, 2019 में पार्लियामेंट में एक बिल पेंडिंग पड़ा हुआ है सीनियर सिटीज़न का ही, उसमें 10,000 रुपये फाइन और 6 महीने की सज़ा मुकर्रर की गई है। बट आज का जो समाज का ये घिनौना रूप आ रहा है, हम अपने माननीय प्रधानमंत्री जी को और अपने माननीय मुख्यमंत्री जी को, क्योंकि जो कानून में अमेंडमेंट होनी है वो सेंट्रल गवर्नमेंट से ही होनी है, बट हम पंजाब से अपने माननीय मुख्यमंत्री जी को अपील करते हैं कि सख्त से सख्त अमेंडमेंट लाने के लिए सेंट्रल गवर्नमेंट को सिफारिश करें। 2019 का जो बिल पेंडिंग पड़ा हुआ है वो जल्द से जल्द पास हो जाना चाहिए, क्योंकि अब सेशन शुरू होने वाला है। और ये जो घिनौनी तस्वीर आ रही है, मैं चाहती हूँ मीडिया के साथ साथ NGO और सरकार
हमने पंजाब सरकार से सिफारिश की है कि इस टाइम पे जितने पंजाब में वृद्धाश्रम चल रहे हैं हमें उन सबका डाटा प्रोवाइड करवाया जाए कि जितने भी पेरेंट्स हैं वो किस वजह से वृद्धाश्रम में रह रहे हैं, क्या उनको उनके राइट्स पता है और उनके बच्चों ने उन्हें इग्नोर क्यों किया हुआ है। क्योंकि मेरे खुद के पास कुछ ऐसे केस है कि करोड़ों रुपए की प्रॉपर्टी के पेरेंट्स मालिक हैं और डॉटर इन लॉ ने नाक में दम करके रखा हुआ है। तो उम्मीद करती हूँ और सरकार से सिफारिश करती हूँ कि एक हेल्पलाइन नंबर जो हमारे ये वृद्ध लोग हैं उनके लिए, सीनियर सिटीजन के लिए इमीडिएटली लॉन्च करें। सरकार से हम ये स्ट्रांगली सिफारिश करते हैं। अच्छा, मुक्तसर के अलावा मैम अमृतसर से भी इस तरह का मामला है, उसमें क्या कार्रवाई होती है? हाँ जी, अमृतसर का भी जो मैटर हमारे सामने आया, आप सबने मीडिया पे वो दिखाया, उसे भी देखते हुए आज हमने सम्मन इशू कर दी है क्योंकि ये वीकेंड था तो उसकी भी हमने रिपोर्ट 2 दिन में मांगी है स्ट्रांगली। अब बहुत सारे ये मैटर और निकल के आ रहे हैं, मुझे डिफरेंट जगह से फ़ोन आए जा रहे हैं। एक सोनीपत का भी हमने देखा। मैं उन बच्चों को बहुत सारी ब्लेसिंग्स देती हूँ कि जिन्होंने अपने पेरेंट्स का ये घिनौना रूप समाज के सामने लेके आए और उम्मीद करती हूँ कि भारत सरकार, पंजाब सरकार इसमें स्ट्रॉन्ग कदम उठाएगी। मुक्तसर वाले में अभी क्या कुछ रिकमेंडेशन की है, एफआईआर की सिफारिश कर दी है? आईपीसी जी, साथ में हमने सरकार को सिफारिश कर दी है कि आईपीसी को भी साथ में कंसीडर करें। आईपीसी का एक्ट ये कहता है कि अगर किसी इग्नोरेंस की वजह से किसी सीनियर सिटीजन की इस तरह से डेथ हो जाती है तो उसमें जो आईपीसी की धारा या आईपीसी एक्ट के तहत जो भी कार्रवाई करती है हम सिफारिश करेंगे कि ताकि समाज के लिए एक एग्जाम्पल सेट हो सके। थैंक यू सो मच।